ਅੱਜ ਅਸੀਂ ਬਲਵਿੰਦਰ ਸਿੰਘ ਬਰਾੜ ਦੀ ਲਿਖੀ ਕਹਾਣੀ ਦੁਸ਼ਮਣੀ ਪੜ੍ਹਨ ਜਾ ਰਹੇ ਹਾਂ। ਇਹ ਕਹਾਣੀ ਮਨੁੱਖੀ ਰਿਸ਼ਤਿਆਂ ਅੰਦਰ ਬਿਨਾਂ ਕਾਰਨ ਪੈਦਾ ਹੋ ਜਾਣ ਵਾਲੀ ਕੜਵਾਹਟ ਨੂੰ ਬਿਆਨ ਕਰਦੀ ਹੈ। ਇਸ ਕਹਾਣੀ ਦੀ ਪਿੱਠਭੂਮੀ ਵੱਡਾ ਸ਼ਹਿਰ ਦਿੱਲੀ ਹੈ। ਕਹਾਣੀਕਾਰ ਨੇ ਵੱਡੇ ਸ਼ਹਿਰ 'ਚ ਰਹਿਣ ਵਾਲੇ ਮੱਧਵਰਤੀ ਪਰਿਵਾਰਾਂ ਦੀਆਂ ਮੁਸ਼ਕਿਲਾਂ ਦਾ ਇਸ ਕਹਾਣੀ ਵਿੱਚ ਬਿਆਨ ਕੀਤਾ ਹੈ। ਪਾਣੀ ਜੋ ਨਾ ਸਿਰਫ ਮਨੁੱਖਾਂ ਲਈ ਸਗੋਂ ਜੀਵ ਜੰਤੂਆਂ ਪੇੜ ਪੌਦਿਆਂ ਲਈ ਵੀ ਬਹੁਤ ਜ਼ਰੂਰੀ ਹੈ। ਉਸ ਦੀ ਪੂਰਤੀ ਲਈ ਇਹਨਾਂ ਪਰਿਵਾਰਾਂ ਨੂੰ ਕਿਵੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਨਾਲ ਹੀ ਕਹਾਣੀਕਾਰ ਨੇ ਇਸ ਕਹਾਣੀ ਜ਼ਰੀਏ ਸਮਝਾਇਆ ਹੈ ਕਿ ਮਨੁੱਖਾਂ ਦੀਆਂ ਆਪਸੀ ਲੜਾਈਆਂ ਵਿੱਚ ਬੂਟੇ ਕਿਸੇ ਤਰ੍ਹਾਂ ਵੀ ਭਾਗੀਦਾਰ ਨਹੀਂ ਹੋਣੇ ਚਾਹੀਦੇ। ਦੂਸਰੀ ਗੱਲ ਜੋ ਕਹਾਣੀਕਾਰ ਨੇ ਸਮਝਾਈ ਹੈ ਕਿ ਮੁੱਢ ਤੋਂ ਹੀ ਮਨੁੱਖ ਅੰਦਰ ਇੱਕ ਪ੍ਰਵਿਰਤੀ ਜਨਮ ਲੈ ਲੈਂਦੀ ਹੈ। ਉਹ ਹੈ ਕਿ ਉਸ ਦਾ ਏਕਾਧਿਕਾਰ ਸਭ ਪਾਸੇ ਹੋਣਾ ਚਾਹੀਦਾ ਹੈ। ਇਸ ਲਈ ਕਈ ਵਾਰ ਉਹ ਆਪਣੇ ਪਿਆਰੇ ਰਿਸ਼ਤਿਆਂ ਨੂੰ ਗਵਾ ਲੈਂਦਾ ਹੈ। ਸੋ ਪੜ੍ਹਦੇ ਹਾਂ ਕਹਾਣੀ ਦੁਸ਼ਮਣੀ। ਵੰਦਾ ਨੇ ਗਮਲਿਆਂ 'ਚ ਕੁਮਲਾਏ ਹੋਏ ਬੂਟਿਆਂ ਵੱਲ ਵੇਖਿਆ। ਕੁਮਲਾਏ ਮਤਲਬ ਮੁਰਝਾਈ। ਵੇਖ ਕੇ ਉਸਦਾ ਚਿਹਰਾ ਵੀ ਕੁਮਲਾ ਗਿਆ। ਉਹਦੇ ਦਿਲ ਵਿੱਚ ਜਿਵੇਂ ਕੰਡਾ ਚੁੱਭ ਗਿਆ ਹੋਵੇ। ਬੂਟੇ ਕੱਲ੍ਹ ਨਾਲੋਂ ਹੋਰ ਜ਼ਿਆਦਾ ਪੀਲੇ ਅਤੇ ਮਰੀਅਲ ਦਿਸ ਰਹੇ ਸਨ। ਮਰੀਅਲ ਭਾਵ ਕਮਜ਼ੋਰ। ਹਰੇ ਪੱਤੇ ਪੀਲੇ ਹੋ ਰਹੇ ਸਨ ਅਤੇ ਪੀਲੇ ਪੱਤੇ ਸੁੱਕ ਕੇ ਝੜ ਰਹੇ ਸਨ। ਇਹ ਸਭ ਕੁਝ ਉਹਦੀਆਂ ਅੱਖਾਂ ਸਾਹਮਣੇ ਹੋ ਰਿਹਾ ਸੀ। ਉਹ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਵੇਖਦੀ ਆ ਰਹੀ ਸੀ। ਉਹ ਸਵੇਰੇ ਸ਼ਾਮ ਛੱਤ ਉੱਤੇ ਪਾਣੀ ਦੀ ਟੈਂਕੀ ਵੇਖਣ ਆਉਂਦੀ ਕਿ ਉਹ ਭਰ ਗਈ ਹੈ ਕਿ ਨਹੀਂ। ਪਰ ਛੱਤ ਉੱਤੇ ਚਾਰੇ ਪਾਸੇ ਪਏ ਗਮਲੇ ਅਤੇ ਉਹਨਾਂ ਵਿੱਚ ਲੱਗੇ ਬੂਟੇ ਉਹਦਾ ਧਿਆਨ ਖਿੱਚਦੇ। ਜੂਨ ਮਹੀਨੇ ਦੀ ਗਰਮੀ ਵਿੱਚ ਬੂਟਿਆਂ ਦਾ ਬੁਰਾ ਹਾਲ ਹੋ ਰਿਹਾ ਸੀ। ਉਹਦਾ ਦਿਲ ਕਰਦਾ ਕਿ ਉਹ ਗਮਲਿਆਂ ਨੂੰ ਪਾਣੀ ਨਾਲ ਭਰ ਦੇਵੇ। ਫਿਰ ਉਹ ਉੱਤੇ ਅਸਮਾਨ ਵੱਲ ਵੇਖਦੀ। ਅਸਮਾਨ ਉੱਤੇ ਕਦੇ ਇੱਕਾ ਦੁੱਕਾ ਬੱਦਲ ਦਿਸਦੇ ਤੇ ਕਦੇ ਬੱਦਲਾਂ ਦੀ ਭਰਮਾਰ। ਉਹਨੂੰ ਜਾਪਦਾ ਸ਼ਾਇਦ ਅੱਜ ਮੀਂਹ ਆ ਜਾਵੇ ਅਤੇ ਉਹਨੂੰ ਗਮਲਿਆਂ 'ਚ ਪਾਣੀ ਨਾ ਹੀ ਪਾਉਣਾ ਪਵੇ। ਟੀਵੀ 'ਤੇ ਰੋਜ਼ ਮੀਂਹ ਪੈਣ ਦੀ ਸੰਭਾਵਨਾ ਦੀਆਂ ਖਬਰਾਂ ਆਉਂਦੀਆਂ। ਉਹ ਸੋਚਦੀ ਸ਼ਾਇਦ ਅੱਜ ਮੀਂਹ ਆ ਜਾਵੇ ਅਤੇ ਬੂਟੇ ਸੁੱਕਣੋਂ ਬਚ ਜਾਣ। ਇਹ ਸਾਰੇ ਗਮਲੇ ਅਰਚਨਾ ਦੇ ਸਨ। ਅਰਚਨਾ ਚੋਪੜਾ ਟੌਪ ਫਲੋਰ ਉੱਤੇ ਰਹਿੰਦੀ ਸੀ। ਉਹਨੂੰ ਫੁੱਲਾਂ ਬੂਟਿਆਂ ਦਾ ਸ਼ੌਂਕ ਸੀ। ਉਹ ਛੱਤ 'ਤੇ ਟੈਰਿਸ ਗਾਰਡਨ ਬਣਾਉਣਾ ਚਾਹੁੰਦੀ ਸੀ। ਕਈ ਲੋਕਾਂ ਨੂੰ ਬੂਟਿਆਂ ਦਾ ਬਹੁਤ ਸ਼ੌਂਕ ਹੁੰਦਾ ਹੈ ਅਤੇ ਉਹ ਘਰ ਦੀ ਛੱਤ ਉੱਤੇ ਬਹੁਤ ਸਾਰੇ ਬੂਟੇ ਲਗਾਉਂਦੇ ਆ। ਉਹਨੂੰ ਟੈਰਿਸ ਗਾਰਡਨ ਕਹਿੰਦੇ ਹਨ। ਇਸ ਲਈ ਉਸਨੇ ਬਹੁਤ ਸਾਰੇ ਗਮਲਿਆਂ ਵਿੱਚ ਫੁੱਲ ਬੂਟੇ ਲਾ ਕੇ ਛੱਤ ਉੱਤੇ ਸਜਾ ਰੱਖੇ ਸਨ। ਇਹਨਾਂ ਤੋਂ ਇਲਾਵਾ ਆਪਣੀ ਬੂਹੇ ਤੋਂ ਲੈ ਕੇ ਟੈਰਿਸ ਤੱਕ ਜਾਂਦੀਆਂ ਪੌੜੀਆਂ ਉੱਤੇ ਵੀ ਕੰਧ ਦੇ ਨਾਲ ਨਾਲ ਗਮਲੇ ਟਿਕਾਏ ਹੋਏ ਸਨ। ਇਹ DDA ਦੇ 3 ਮੰਜ਼ਲੇ ਫਲੈਟ ਸਨ। ਜ਼ਮੀਨੀ ਮੰਜ਼ਿਲ ਤੋਂ ਲੈ ਕੇ ਤੀਜੀ ਮੰਜ਼ਿਲ ਤੱਕ ਸਭ ਦੀਆਂ ਪਾਣੀ ਦੀਆਂ ਟੈਂਕੀਆਂ ਟੈਰਿਸ 'ਤੇ ਰੱਖੀਆਂ ਹੋਈਆਂ ਸਨ। ਅਰਚਨਾ ਨੇ ਇੱਕ ਵਾਧੂ ਟੈਂਕੀ ਛੱਤ 'ਤੇ ਰੱਖ ਛੱਡੀ ਸੀ, ਜਿਸ ਗਮਲਿਆਂ ਵਾਸਤੇ ਪਾਣੀ ਜਮ੍ਹਾਂ ਕਰਕੇ ਰੱਖਦੀ। ਜਦੋਂ ਪਾਣੀ ਆ ਰਿਹਾ ਹੁੰਦਾ ਤਾਂ ਉਹ ਪਾਈਪ ਲਾ ਕੇ ਉਸ ਟੈਂਕੀ ਨੂੰ ਭਰ ਲੈਂਦੀ ਅਤੇ ਫਿਰ ਉਸ ਵਿੱਚੋਂ ਗਮਲਿਆਂ ਨੂੰ ਪਾਣੀ ਦਿੰਦੀ ਰਹਿੰਦੀ। ਵੰਨਾ ਭਾਟੀਆ ਉਹਨਾਂ ਦੇ ਹੇਠ ਦੂਜੀ ਮੰਜ਼ਿਲ ਉੱਤੇ ਰਹਿੰਦੀ ਸੀ। ਉਹਨਾਂ ਦੀ ਆਪਸ ਵਿੱਚ ਚੰਗੀ ਬਣਦੀ ਸੀ। ਉਹ ਛੱਤ ਉੱਤੇ ਆਪਣੀ ਟੈਂਕੀ ਵੇਖਣ ਆਉਂਦੀ। ਕਦੇ ਛੱਤ ਉੱਤੇ ਬਣੀਆਂ ਰੱਸੀਆਂ 'ਤੇ ਕੱਪੜੇ ਸੁੱਕਣੇ ਪਾਉਣ ਆਉਂਦੀ ਜਾਂ ਸੁੱਕੇ ਕੱਪੜੇ ਉਤਾਰਨ ਆਉਂਦੀ। ਕਈ ਵਾਰ ਅਰਚਨਾ ਉਹਨੂੰ ਉੱਥੇ ਮਿਲ ਜਾਂਦੀ। ਦੋਵੇਂ ਉੱਥੇ ਖੜੀਆਂ ਗੱਲਾਂ ਕਰਦੀਆਂ ਰਹਿੰਦੀਆਂ, ਕਦੇ ਫੁੱਲ ਬੂਟਿਆਂ ਬਾਰੇ, ਕਦੇ ਬੱਚਿਆਂ ਬਾਰੇ ਅਤੇ ਕਦੇ ਆਂਢ ਗੁਆਂਢ ਬਾਰੇ। ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਅਰਚਨਾ ਆਪਣੇ ਪਰਿਵਾਰ ਨਾਲ ਕਈ ਦਿਨਾਂ ਵਾਸਤੇ ਦਿੱਲੀ ਤੋਂ ਪੰਜਾਬ ਚਲੀ ਜਾਂਦੀ ਜਾਂ ਉਹ ਕਿਤੇ ਹੋਰ ਘੁੰਮਣ ਫਿਰਨ ਚਲੇ ਜਾਂਦੇ। ਅਰਚਨਾ ਜਾਣ ਲੱਗੀ ਵੰਦਾ ਨੂੰ ਕਹਿ ਜਾਂਦੀ, ਵੰਦਾ 2 ਹਫ਼ਤਿਆਂ ਲਈ ਜਾ ਰਹੀ ਹਾਂ। ਪਿੱਛੋਂ ਮੇਰੇ ਪਲਾਂਟਸ ਦਾ ਧਿਆਨ ਰੱਖਣਾ ਪਲੀਜ਼। ਉਹਨਾਂ ਨੂੰ ਪਾਣੀ ਦਿੰਦੇ ਰਹਿਣਾ। ਵੰਦਾ ਅੱਗੋਂ ਮੁਸਕਰਾ ਕੇ ਆਖਦੀ, ਤੂੰ ਫਿਕਰ ਨਾ ਕਰ, ਤੇਰੇ ਪਲਾਂਟਸ ਦੀ ਜ਼ਿੰਮੇਵਾਰੀ ਹੁਣ ਮੇਰੀ ਹੈ। ਮੈਂ ਇਹਨਾਂ ਨੂੰ ਸੁੱਕਣ ਨਹੀਂ ਦਿਆਂਗੀ। ਉਹ ਸੱਚਮੁੱਚ ਉਹਦੇ ਬੂਟਿਆਂ ਨੂੰ ਰੋਜ਼ਾਨਾ ਪਾਣੀ ਦਿੰਦੀ ਰਹੀ। ਜਦੋਂ ਗਮਲਿਆਂ ਦੀ ਰੱਖੀ ਟੈਂਕੀ ਵਿੱਚੋਂ ਪਾਣੀ ਮੁੱਕ ਜਾਂਦਾ ਤਾਂ ਉਹ ਆਪਣੀ ਟੈਂਕੀ ਵਿੱਚੋਂ ਉਸ ਟੈਂਕੀ ਨੂੰ ਭਰ ਦਿੰਦੀ। ਅਰਚਨਾ ਦੇ ਪਲਟਣ ਤੱਕ ਬੂਟਿਆਂ ਨੂੰ ਹਰਾ ਭਰਾ ਰੱਖਦੀ। ਇਹ ਸਿਲਸਿਲਾ 4 ਕੁ ਸਾਲ ਤੋਂ ਚੱਲਦਾ ਆ ਰਿਹਾ ਸੀ। ਜਦੋਂ ਤੋਂ ਉਹ ਇੱਥੇ
ਆ ਕੇ ਰਹਿਣ ਲੱਗੇ ਸਨ। ਇਹ ਫਲੈਟ ਨਵੇਂ ਬਣੇ ਸਨ ਅਤੇ 5 ਵਰ੍ਹੇ ਪਹਿਲਾਂ ਹੀ ਇਹਨਾਂ ਦੀ ਅਲਾਟਮੈਂਟ ਹੋਈ ਸੀ। ਅਰਸ਼ਨਾ ਦਾ ਪਤੀ ਰਾਹੁਲ ਚੋਪੜਾ ਅਤੇ ਵੰਦਨਾ ਦਾ ਪਤੀ ਸੰਜੀਵ ਭਾਟੀਆ ਦੋਵੇਂ ਹੀ ਸਰਕਾਰੀ ਨੌਕਰੀ ਵਿੱਚ ਸਨ, ਪਰ ਵੱਖ-ਵੱਖ ਮਹਿਕਮਿਆਂ ਵਿੱਚ। ਹੁਣ ਵੰਦਨਾ ਗਮਲਿਆਂ ਵਿਚਲੇ ਸੁੱਕਰੇ ਬੂਟਿਆਂ ਨੂੰ ਵੇਖ ਕੇ ਪਰੇਸ਼ਾਨ ਹੋ ਰਹੀ ਸੀ। ਉਹ ਗਮਲਿਆਂ ਨੂੰ ਪਾਣੀ ਨਹੀਂ ਪਾਉਣਾ ਚਾਹੁੰਦੀ, ਕਿਉਂਕਿ ਹੁਣ ਉਹ ਗੱਲ ਨਹੀਂ ਰਹੀ। ਉਹਨਾਂ ਦੀ ਆਪਸ ਵਿੱਚ ਅਣਬਣ ਹੋ ਗਈ ਹੈ। ਅਣਬਣ ਹੋਣਾ ਮਤਲਬ ਲੜਾਈ ਹੋਣਾ। ਅਣਬਣ ਹੀ ਨਹੀਂ, ਸਗੋਂ ਉਹਨਾਂ ਦੀ ਲੜਾਈ ਹੋ ਚੁੱਕੀ ਸੀ। ਮਾਮਲਾ ਪੁਲਿਸ ਪੁੱਜਿਆ ਸੀ। ਇਹਦਾ ਕਾਰਨ ਸੀ ਪਾਣੀ ਦੀ ਟੈਂਕੀ। ਇਹਨਾਂ ਫਲੈਟਾਂ ਦੀਆਂ ਛੱਤਾਂ ਉੱਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ 500 ਲੀਟਰ ਦੀਆਂ ਸਨ। ਪਾਣੀ ਦੀ ਸਪਲਾਈ ਸਿਰਫ ਸੁਬਾਹ ਇੱਕ ਵੇਲੇ ਹੀ ਆਉਂਦੀ ਅਤੇ ਪ੍ਰੈਸ਼ਰ ਵੀ ਬਹੁਤ ਘੱਟ ਹੁੰਦਾ। ਛੱਤ ਤੱਕ ਪਾਣੀ ਪੁੱਜਦਾ ਹੀ ਨਹੀਂ ਸੀ। ਇਸ ਲਈ ਸਭਨਾਂ ਨੇ 1000 ਲੀਟਰ ਦੀ ਇੱਕ ਟੈਂਕੀ ਫਲੈਟਾਂ ਦੇ ਪਿੱਛੇ ਥੱਲੇ ਹੀ ਰੱਖ ਕੇ ਮੋਟਰ ਪੰਪ ਲਾਏ ਹੋਏ ਸਨ। ਸੁਬਾਹ ਟੈਂਕੀਆਂ ਭਰ ਲਈਆਂ ਜਾਂਦੀਆਂ। ਛੱਤ ਵਾਲੀਆਂ ਟੈਂਕੀਆਂ ਖਾਲੀ ਹੋਣ 'ਤੇ ਮੋਟਰ ਚਲਾ ਕੇ ਥੱਲੇ ਵਾਲੀਆਂ ਟੈਂਕੀਆਂ ਵਿੱਚੋਂ ਭਰ ਲਈਆਂ ਜਾਂਦੀਆਂ। ਗਰਮੀਆਂ ਵਿੱਚ ਕਈ ਵਾਰ ਪਾਣੀ ਦੀ ਕਿੱਲਤ ਆ ਜਾਂਦੀ। ਕਿਸੇ ਦਿਨ ਬਿਜਲੀ ਦੇ ਕੱਟ ਕਾਰਨ ਜਾਂ ਕਿਸੇ ਹੋਰ ਵਜ੍ਹਾ ਕਰਕੇ ਸਪਲਾਈ ਨਾ ਆਉਂਦੀ ਤਾਂ ਮੁਸ਼ਕਿਲ ਹੋ ਜਾਂਦੀ। ਵੰਦਨਾ ਦੇ ਘਰ ਇਹ ਮੁਸ਼ਕਿਲ ਵਧੇਰੇ ਆਉਂਦੀ। ਉਹਨਾਂ ਦਾ ਪਰਿਵਾਰ ਵੱਡਾ ਸੀ। ਉਹਦੇ 2 ਬੱਚਿਆਂ ਤੋਂ ਇਲਾਵਾ ਸੱਸ ਸਹੁਰਾ ਅਤੇ ਇੱਕ ਦਿਓਰ ਵੀ ਉਹਨਾਂ ਦੇ ਨਾਲ ਰਹਿੰਦੇ ਸਨ। ਕਈ ਵਾਰ ਮਹਿਮਾਨ ਆ ਜਾਂਦੇ ਤਾਂ ਮੁਸ਼ਕਿਲ ਹੋਰ ਵੱਧ ਜਾਂਦੀ। ਇਸ ਕਰਕੇ ਵੰਦਨਾ ਅਤੇ ਉਹਦੇ ਪਤੀ ਨੇ ਸਲਾਹ ਬਣਾਈ ਕਿ ਛੱਤ ਵਾਲੀ 500 ਲੀਟਰ ਦੀ ਟੈਂਕੀ ਹਟਾ ਕੇ ਉੱਥੇ 1000 ਲੀਟਰ ਦੀ ਟੈਂਕੀ ਰੱਖ ਦੇਣ। ਉਹ ਇੱਕ ਛੁੱਟੀ ਵਾਲੇ ਦਿਨ ਨਵੀਂ ਪਲਾਸਟਿਕ ਦੀ ਟੈਂਕੀ ਖਰੀਦ ਲਿਆਏ। ਪਲੰਬਰ ਨੂੰ ਸੱਦ ਲਿਆ ਗਿਆ। ਜਦੋਂ ਟੈਂਕੀ ਫਿੱਟ ਕਰਨ ਲੱਗੇ ਤਾਂ ਅਰਸ਼ਨਾ ਨੂੰ ਪਤਾ ਨਹੀਂ ਕੀ ਹੋ ਗਿਆ। ਸ਼ਾਇਦ ਉਹ ਟੌਪ ਫਲੋਰ ਦੇ ਰਹਿਣ ਕਰਕੇ ਆਪਣੇ ਆਪ ਨੂੰ ਛੱਤ ਦੀ ਮਾਲਕਣ ਸਮਝਣ ਲੱਗ ਪਈ ਸੀ। ਉਸ ਤੋਂ ਇਹ ਬਰਦਾਸ਼ਤ ਨਾ ਹੋਇਆ ਕਿ ਕੋਈ ਉਹਨਾਂ ਨੂੰ ਬਿਨਾਂ ਪੁੱਛੇ ਹੀ ਛੱਤ ਉੱਤੇ ਟੈਂਕੀ ਲਾ ਰਿਹਾ ਹੈ। ਉਹਨੇ ਛੱਤ ਉੱਤੇ ਆ ਕੇ ਉਹਨਾਂ ਨੂੰ ਟੈਂਕੀ ਲਾਉਣ ਤੋਂ ਰੋਕਣ ਲਈ ਲੜਨਾ ਸ਼ੁਰੂ ਕਰ ਦਿੱਤਾ। ਤੁਸੀਂ ਇਹ ਟੈਂਕੀ ਨਹੀਂ ਲਾ ਸਕਦੇ, ਮੈਂ ਤੁਹਾਨੂੰ ਇਹ ਟੈਂਕੀ ਨਹੀਂ ਲਾਣ ਦਿਆਂਗੀ। ਉਹ ਉੱਚੀ ਉੱਚੀ ਬੋਲਣ ਲੱਗੀ। ਵੰਦਨਾ ਅਤੇ ਉਸਦਾ ਪਤੀ ਹੈਰਾਨ ਰਹਿ ਗਏ। ਉਹਨਾਂ ਨੇ ਤਾਂ ਸੋਚਿਆ ਵੀ ਨਹੀਂ ਸੀ ਕਿ ਅਰਸ਼ਨਾ ਉਹਨਾਂ ਨਾਲ ਲੜਨ ਆ ਜਾਵੇਗੀ। ਉਹਨਾਂ ਨੇ ਉਸ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਵੰਦਨਾ ਦਾ ਪਤੀ ਸੰਜੀਵ ਬੋਲਿਆ, ਅਸੀਂ 2 ਟੈਂਕੀਆਂ ਨਹੀਂ ਲਾ ਰਹੇ, ਅਸੀਂ ਆਪਣੀ ਛੋਟੀ ਟੈਂਕੀ ਹਟਾ ਕੇ ਉਸਦੀ ਜਗ੍ਹਾ 'ਤੇ ਨਵੀਂ ਟੈਂਕੀ ਲਾ ਰਹੇ ਹਾਂ। ਵੰਦਨਾ ਤਰਲੇ ਕਰਦੀ ਹੋਈ ਆਖ ਰਹੀ ਸੀ, ਆਖੇ ਜਿਸ ਤਨ ਲਾਗੇ 100 ਤਨ ਜਾਣੇ। ਅਰਸ਼ਨਾ ਨੇ ਇੱਕ ਨਾ ਸੁਣੀ। ਉਹ ਉਸੇ ਤਰ੍ਹਾਂ ਰੌਲਾ ਪਾਉਂਦੀ ਰਹੀ। ਫਿਰ ਉਹਨੇ ਫੋਨ ਕਰਕੇ ਆਪਣੇ ਪਤੀ ਰਾਹੁਲ ਨੂੰ ਸੱਦ ਲਿਆ, ਜੋ ਉਸ ਵੇਲੇ ਬਾਜ਼ਾਰ ਗਿਆ ਹੋਇਆ ਸੀ। ਫਿਰ ਉਹ ਪਤੀ ਪਤਨੀ ਦੋਵੇਂ ਉਹਨਾਂ ਨਾਲ ਲੜਨ ਲੱਗੇ। ਰੌਲਾ ਸੁਣ ਕੇ ਹੋਰ ਆਂਢੀ ਗੁਆਂਢੀ ਵੀ ਛੱਤ 'ਤੇ ਆ ਗਏ। ਉਹਨਾਂ ਨੇ ਵੀ ਦੋਹਾਂ ਧਿਰਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਰਾਹੁਲ ਬੋਲਿਆ, ਫੌਰਨ ਨਵੀਂ ਟੈਂਕੀ ਇੱਥੋਂ ਹਟਾ ਦਿਓ, ਨਹੀਂ ਤਾਂ ਮੈਂ ਪੁਲਿਸ ਬੁਲਾ ਲਵਾਂਗਾ। ਸੰਜੀਵ ਅਤੇ ਵੰਦਨਾ ਨੇ ਟੈਂਕੀ ਹਟਾਉਣ ਤੋਂ ਮਨਾ ਕਰ ਦਿੱਤਾ। ਰਾਹੁਲ ਨੇ ਸੱਚਮੁੱਚ ਫੋਨ ਕਰਕੇ ਪੁਲਿਸ ਨੂੰ ਬੁਲਾ ਲਿਆ। ਪੁਲਿਸ ਆ ਗਈ। ਸੰਜੀਵ ਦੀ ਟੈਂਕੀ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਲੱਗ ਚੁੱਕੀ ਸੀ। ਪੁਲਿਸ ਨੇ ਦੋਵਾਂ ਧਿਰਾਂ ਦੀ ਗੱਲ ਸੁਣੀ। ਉਹਨਾਂ ਵੇਖਿਆ ਕਿ ਰਾਹੁਲ ਉਹਨਾਂ ਦੀ ਨਵੀਂ ਵੱਡੀ ਟੈਂਕੀ ਨੂੰ ਹਟਾਉਣਾ ਚਾਹੁੰਦਾ ਹੈ, ਜਦੋਂ ਕਿ ਆਪ ਉਹਨੇ ਇੱਕ ਹੋਰ ਟੈਂਕੀ ਗਮਲਿਆਂ ਨੂੰ ਪਾਣੀ ਦੇਣ ਲਈ ਛੱਤ 'ਤੇ ਰੱਖੀ ਹੋਈ ਹੈ। ਪੁਲਿਸ ਵਾਲਿਆਂ ਨੇ ਦੋਵਾਂ ਨੂੰ ਸਮਝਾਇਆ ਅਤੇ ਉਹਨਾਂ ਦਾ ਸਮਝੌਤਾ ਕਰਵਾ ਦਿੱਤਾ। ਸੰਜੀਵ ਦੀ ਟੈਂਕੀ ਉਸੇ ਤਰ੍ਹਾਂ ਲੱਗੀ ਰਹਿਣ ਦਿੱਤੀ ਗਈ। ਭਾਵੇਂ ਉਹਨਾਂ ਦਾ ਸਮਝੌਤਾ ਹੋ ਗਿਆ, ਦੋਵਾਂ ਨੇ ਪੁਲਿਸ ਦੇ ਸਾਹਮਣੇ ਹੱਥ ਮਿਲਾ ਲਏ ਸਨ, ਪਰ ਉਹਨਾਂ ਦੋਵਾਂ ਪਰਿਵਾਰਾਂ ਵਿੱਚ ਪਹਿਲਾਂ ਵਾਲਾ ਮੇਲ ਮਿਲਾਪ ਨਾ ਰਿਹਾ। ਉਹਨਾਂ ਦੀ ਬੋਲਚਾਲ ਬੰਦ ਹੋ ਗਈ। ਇਸ ਗੱਲ ਨੂੰ 4-5 ਮਹੀਨੇ ਹੋ ਗਏ ਹਨ। ਹੁਣ ਗਰਮੀਆਂ ਦੀਆਂ ਛੁੱਟੀਆਂ ਆਈਆਂ ਤਾਂ ਫਿਰ ਰਾਹੁਲ ਚੋਪੜਾ ਆਪਣੇ ਪੂਰੇ ਪਰਿਵਾਰ ਨਾਲ ਕਿਤੇ ਬਾਹਰ ਚਲਾ ਗਿਆ। ਇਸ ਵਾਰ ਜਾਣ ਤੋਂ ਪਹਿਲਾਂ ਨਾ ਤਾਂ ਅਰਸ਼ਨਾ ਨੇ ਵੰਦਨਾ ਨੂੰ ਇਹ ਦੱਸਿਆ ਕਿ ਉਹ ਕਿੱਥੇ ਅਤੇ ਕਿੰਨੇ ਦਿਨਾਂ ਵਾਸਤੇ ਜਾ ਰਹੇ ਹਨ, ਅਤੇ ਨਾ ਹੀ ਉਹਨੂੰ ਫੁੱਲ ਬੂਟਿਆਂ ਨੂੰ ਪਾਣੀ ਪਾਉਣ ਲਈ ਆਖਿਆ। ਵੰਦਨਾ ਨੂੰ ਵੀ ਇਸ ਗੱਲ ਦਾ ਗੁੱਸਾ ਸੀ ਕਿ ਅਰਸ਼ਨਾ ਉਸ ਨੂੰ ਆਕੜ ਦੀ ਮਾਰੀ ਆ ਕੇ ਨਹੀਂ ਗਈ, ਇਸ ਲਈ ਉਹ ਵੀ ਬੂਟਿਆਂ ਨੂੰ ਪਾਣੀ ਨਹੀਂ ਦੇਵੇਗੀ। ਪਹਿਲਾਂ ਤਾਂ ਉਹਨੇ ਸੋਚਿਆ ਕਿ ਸ਼ਾਇਦ ਕਿਸੇ ਦੂਜੇ ਗੁਆਂਢੀ ਨੂੰ ਕਹਿ ਗਈ ਹੋਵੇਗੀ, ਸ਼ਾਇਦ ਕੋਈ ਨਾ ਕੋਈ ਆ ਕੇ ਗਮਲਿਆਂ 'ਚ ਪਾਣੀ ਪਾ ਜਾਵੇਗਾ।
ਫਿਰ ਉਹਨੇ ਵੇਖਿਆ ਕਿ 3-4 ਦਿਨ ਹੋ ਗਏ ਕਿਸੇ ਨੇ ਪਾਣੀ ਨਹੀਂ ਦਿੱਤਾ। ਬੂਟੇ ਕੁਮਲਾ ਰਹੇ ਸਨ। ਉਹ ਫਿਕਰਮੰਦ ਹੋ ਗਈ। ਫਿਰ ਉਹ ਸੋਚਦੀ ਰਹੀ ਕਿ ਹੋ ਸਕਦਾ ਹੈ ਕਿ ਇਸ ਵਾਰ ਉਹ ਛੇਤੀ ਵਾਪਿਸ ਆ ਜਾਣ। ਇੱਕ ਦਿਨ ਅਸਮਾਨ 'ਤੇ ਛਾਈ ਘਟਾ ਨੂੰ ਵੇਖ ਕੇ ਉਸਨੇ ਸੋਚਿਆ ਸ਼ਾਇਦ ਅੱਜ ਭਲਕ ਮੀਂਹ ਹੀ ਆ ਜਾਵੇ ਅਤੇ ਬੂਟਿਆਂ ਨੂੰ ਪਾਣੀ ਦੇਣਾ ਹੀ ਨਾ ਪਵੇ। ਇੱਕ ਦਿਨ ਉਹਨੇ ਆਪਣੇ ਪਤੀ ਨੂੰ ਕਿਹਾ, ਹਾਏ ਵੇਖੋ ਅਰਸ਼ਾਂ ਦੇ ਸਾਰੇ ਪਲਾਂਟਸ ਸੁੱਕ ਰਹੇ ਨੇ, ਕੋਈ ਪਾਣੀ ਨਹੀਂ ਪਾ ਰਿਹਾ। ਮੈਂ ਤਾਂ ਆਪ ਨਹੀਂ ਪਾਉਂਦੀ ਪਾਣੀ, ਮੈਨੂੰ ਕਿਹੜਾ ਉਹ ਕਹਿ ਕੇ ਗਈ ਹੈ। ਜੇ ਉਹਦੇ 'ਚ ਇੰਨੀ ਆਕੜ ਏ ਤਾਂ ਉਹਦੇ ਪਲਾਂਟਸ ਸਾਡੇ ਕੀ ਲੱਗਦੇ ਨੇ, ਸੁੱਕਦੇ ਪਏ ਨੇ ਤਾਂ ਸੁੱਕਣ, ਸਾਨੂੰ ਕੀ। ਸੰਜੀਵ ਚੁੱਪਚਾਪ ਸੁਣਦਾ ਰਿਹਾ ਅਤੇ ਫਿਰ ਉਹ ਵੀ ਉਹਦੀ ਹਾਂ ਵਿੱਚ ਹਾਂ ਮਿਲਾਉਂਦਾ ਬੋਲਿਆ, ਆਪਾਂ ਕੀ ਲੈਣਾ ਏ ਉਹਦੇ ਬਗੀਚੇ ਤੋਂ, ਸੁੱਕ ਜਾਣ ਦੇ ਪਰਾਂ। ਉਹਦੇ ਕਿਵੇਂ ਬੋਲਦੀ ਸੀ, ਚਵਰ ਚਵਰ। ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ। ਪਰ ਵੰਨਾ ਛੱਤ ਉੱਤੇ ਜਾਂਦੀ ਤਾਂ ਉਹਨੂੰ ਸੁੱਕ ਰਹੇ ਬੂਟਿਆਂ ਨੂੰ ਵੇਖ ਕੇ ਤਰਸ ਆਉਣ ਲੱਗਦਾ। ਪਰ ਅਗਲੇ ਹੀ ਪਲ ਉਹਨੂੰ ਗੁੱਸਾ ਚੜ੍ਹ ਜਾਂਦਾ, ਮੈਂ ਕੀ ਲੈਣਾ ਏ। ਲਗਭਗ 1 ਹਫ਼ਤਾ ਹੋ ਗਿਆ। ਨਾ ਕਿਸੇ ਗੁਆਂਢੀ ਨੇ ਬੂਟਿਆਂ ਨੂੰ ਪਾਣੀ ਪਾਇਆ, ਨਾ ਹੀ ਅਰਸ਼ਨਾ ਵਾਪਿਸ ਮੁੜੀ ਅਤੇ ਨਾ ਹੀ ਮੀਂਹ ਆਇਆ। ਵੰਨਾ ਨੇ ਅਸਮਾਨ ਵੱਲ ਵੇਖਿਆ। ਅਸਮਾਨ ਸਾਫ਼ ਸੀ। ਬੱਦਲਾਂ ਦਾ ਕਿਧਰੇ ਨਾਮੋ ਨਿਸ਼ਾਨ ਨਹੀਂ ਸੀ। ਗਰਮੀ ਨਾਲ ਬੂਟੇ ਝੁਲਸ ਗਏ ਸਨ। ਕਈ ਛੋਟੇ ਬੂਟੇ ਬਿਲਕੁਲ ਸੁੱਕ ਗਏ ਸਨ। ਵੇਖ ਕੇ ਵੰਨਾ ਤੋਂ ਰਿਹਾ ਨਾ ਗਿਆ। ਉਹ ਮਨ ਤੋਂ ਬਹੁਤ ਜ਼ਿਆਦਾ ਦਿਆਲੂ ਸੀ। ਉਸਨੇ ਮਨ ਹੀ ਮਨ ਸੋਚਿਆ, ਐਵੇਂ ਗਿੱਲਾ ਪੀਣ ਨਹੀਂ ਪਾਈਦਾ, ਚੱਲ ਹੋ ਛੱਡ ਪਰੇ। ਉਹਨੇ ਟੈਂਕੀ ਕੋਲ ਮੁੱਦੀ ਪਈ ਬਾਲਟੀ ਚੁੱਕੀ ਅਤੇ ਟੈਂਕੀ ਖੋਲ੍ਹ ਕੇ ਬੂਟਿਆਂ ਨੂੰ ਪਾਣੀ ਦੇਣ ਲੱਗ ਪਈ। ਜਦੋਂ ਵੰਨਾ ਨੂੰ ਕਾਫੀ ਚਿਰ ਹੋ ਗਿਆ ਤਾਂ ਸੰਜੀਵ ਨੂੰ ਚਿੰਤਾ ਹੋਣ ਲੱਗੀ ਕਿ ਵੰਨਾ ਸੁੱਕੇ ਕੱਪੜੇ ਉਤਾਰਨ ਗਈ ਅਜੇ ਤੱਕ ਵਾਪਿਸ ਕਿਉਂ ਨਹੀਂ ਆਈ। ਵੰਨਾ ਨੂੰ ਵੇਖਣ ਉਹ ਛੱਤ ਉੱਤੇ ਆ ਗਿਆ। ਉਹ ਗਮਲਿਆਂ ਨੂੰ ਪਾਣੀ ਪਾ ਰਹੀ ਵੰਨਾ ਨੂੰ ਵੇਖ ਕੇ ਹੱਕਾ ਬੱਕਾ ਰਹਿ ਗਿਆ, ਮਤਲਬ ਹੈਰਾਨ ਰਹਿ ਗਿਆ। ਇਸ ਤੋਂ ਪਹਿਲਾਂ ਕਿ ਉਹ ਵੰਨਾ ਨੂੰ ਕੁਝ ਕਹਿੰਦਾ, ਉਹ ਸੰਜੀਵ ਨੂੰ ਵੇਖ ਕੇ ਬੋਲੀ, ਮੈਂ ਸੋਚਿਆ ਉਹ ਤਾਂ ਹੈ ਹੀ ਇਹੋ ਜਿਹੇ, ਆਪਣੀ ਲੜਾਈ ਤਾਂ ਉਹਨਾਂ ਨਾਲ ਹੋਈ ਏ, ਇਹਨਾਂ ਵਿਚਾਰੇ ਪਲਾਂਟਸ ਨਾਲ ਤਾਂ ਸਾਡੀ ਕੋਈ ਦੁਸ਼ਮਣੀ ਨਹੀਂ। ਸੁਣ ਕੇ ਸੰਜੀਵ ਵਾਹ ਵਾਹ ਕਰਦਾ ਮੁਸਕਰਾਉਣ ਲੱਗਿਆ। ਇਹ ਕਹਾਣੀ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਮਨੁੱਖ ਆਪਣੀ ਛੋਟੀ ਤੋਂ ਛੋਟੀ ਈਰਖਾ ਨੂੰ ਦੂਜੇ ਉੱਪਰ ਜ਼ਾਹਿਰ ਹੀ ਨਹੀਂ ਕਰਦਾ, ਸਗੋਂ ਦੂਜਿਆਂ ਨੂੰ ਆਪਣੇ ਏਕਾਧਿਕਾਰ ਹੇਠ ਵੀ ਲੈਣਾ ਉਸਦੀ ਮਨਸ਼ਾ ਹੁੰਦੀ ਹੈ। ਕਈ ਵਾਰ ਮਨੁੱਖ ਦੂਜੇ ਮਨੁੱਖਾਂ ਨਾਲ ਲੜ ਕੇ ਆਪਣੇ ਬਹੁਤ ਸਾਰੇ ਹੁਸੀਨ ਪਲ ਜੋ ਕੁਦਰਤ ਸੰਗ ਮਾਣੇ ਜਾ ਸਕਦੇ ਹਨ ਨੂੰ ਗੁਆ ਲੈਂਦਾ ਹੈ। ਪਰ ਕੁਝ ਲੋਕ ਜ਼ਿਆਦਾ ਦੇਰ ਤੱਕ ਆਪਣੀ ਨਾਰਾਜ਼ਗੀ ਨੂੰ ਛੁਪਾਈ ਨਹੀਂ ਰੱਖ ਸਕਦੇ ਤੇ ਆਪਸੀ ਲੜਾਈ ਵਿੱਚ ਉਹਨਾਂ ਨੂੰ ਪਰੇ ਰੱਖਦੇ ਹਨ। ਜਿਵੇਂ ਕਹਾਣੀ ਦੇ ਅੰਤ ਵਿੱਚ ਵੰਨਾ ਸਭ ਭੁਲਾ ਕੇ ਗਮਲਿਆਂ ਵਿਚਲੇ ਸੁੱਕਰੇ ਬੂਟਿਆਂ ਨੂੰ ਪਾਣੀ ਦੇਣ ਲੱਗਦੀ ਹੈ। ਸਾਨੂੰ ਵੀ ਸਦਾਚਾਰਕ ਗੁਣ ਬਣਾਈ ਰੱਖਣੇ ਚਾਹੀਦੇ ਹਨ, ਨਾ ਕਿ ਵਿਅਰਥ ਵਿੱਚ ਆਪਣਾ ਸਮਾਂ ਗਵਾਉਣਾ ਚਾਹੀਦਾ ਹੈ। ਸ਼ਹਿਰੀ ਜੀਵਨ ਦੀ ਦੌੜ ਭੱਜ ਬਹੁਤੀ ਵਾਰ ਮਨੁੱਖੀ ਸੁਭਾਅ ਨੂੰ ਚਿੜਚਿੜਾ ਬਣਾ ਦਿੰਦੀ ਹੈ। ਉਹ ਸਦਾਚਾਰਕ ਤੌਰ 'ਤੇ ਕਿਹੋ ਜਿਹਾ ਵਿਹਾਰ ਕਰਨਾ ਹੈ ਨੂੰ ਭੁਲਾ ਜਾਂਦਾ ਹੈ। ਕੁਦਰਤ ਦੇ ਅਨਮੋਲ ਖਜ਼ਾਨਿਆਂ ਵਿੱਚੋਂ ਬੂਟੇ, ਪੌਦਿਆਂ, ਦਰੱਖਤਾਂ ਦੀ ਸਾਡੇ ਜੀਵਨ ਵਿੱਚ ਇੰਨੀ ਖਾਸ ਥਾਂ ਹੈ ਕਿ ਇਹ ਮਨੁੱਖ ਨੂੰ ਨਿਰਾਸ਼ਾਵਾਦੀ ਸੋਚ ਤੋਂ ਆਸ਼ਾ ਦੀ ਸੋਚ ਵੱਲ ਮੋੜ ਲੈਂਦੇ ਹਨ।